ਜਿਹੜਾ ਵੀ ਕੋਈ ਇਨਸਾਨ, ਜਿਹੜਾ ਜਾਨਵਰ, ਜਿਹੜੀ ਵੀ ਚੀਜ਼ ਬਨਸਪਤੀ ਕੋਈ ਉਹਦੇ ਵਿੱਚ ਰਹੀ, ਲੱਖਾਂ ਸਾਲ ਉਹਦੀ ਹੋਂਦ ਉਸ ਤਰ੍ਹਾਂ ਰਹੀ। ਫਿਰ ਕਿਤੇ ਜਦੋਂ ਉਹਦਾ ਇੱਕ ਕੰਨ, ਉਹਦੀ ਚਮੜੀ ਝੜੀ, ਉਹਦੀ ਹੱਡੀ ਦਾ ਕੋਈ ਕੰਨ ਝੜਿਆ, ਉਹਦੀ ਜਗ੍ਹਾ ਪੱਥਰ ਨੇ ਲੈ ਲਈ, ਤੇ ਫਿਰ ਹੋਰ ਲੱਖਾਂ ਸਾਲ ਉਹਦੇ 'ਚ ਐਡ ਹੋ ਗਏ, ਤੇ ਫਿਰ ਉਹ ਸਾਰੀ ਦੀ ਸਾਰੀ ਚੀਜ਼ ਪੱਥਰ ਦੀ ਬਣ ਗਈ। ਇੰਗਲੈਂਡ ਦੀ ਜਿਹੜੀ ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਵੱਡਾ ਲੈਬ ਹੈਗੀ ਹੈ, ਉਹਨਾਂ ਨੇ ਸਕਾਟਲੈਂਡ ਤੋਂ ਇਹ ਫੋਸਲ ਲੱਭਿਆ। ਤੇ ਇਹ ਫੋਸਲ ਉਹ ਹੈ ਕਿ ਉਸ ਵਿਅਕਤੀ ਦਾ ਫੋਸਲ ਹੈ ਜਿਹਨੂੰ ਅਸੀਂ ਆਦਿ ਮਾਨਵ ਕਹਿੰਦੇ ਹਾਂ, ਜੋ ਸਭ ਨਾਲੋਂ ਪੁਰਾਣਾ ਆਦਮੀ ਕਹਿੰਦੇ ਹਾਂ। ਇਹਦੇ 'ਚ ਖੂਬਸੂਰਤ ਗੱਲ ਇਹ ਹੈ ਕਿ ਇਹਦੇ ਖਾਣ ਵਾਲੇ ਦੰਦ ਨੇ ਤੇ ਇਹ ਹਿਫਾਜ਼ਤ ਕਰਨ ਵਾਲੇ ਦੰਦ ਨੇ। ਬ੍ਰਿਕਸ਼ ਨੇ, ਕੁਦਰਤ ਨੇ ਬ੍ਰਿਕਸ਼ ਦੀਆਂ ਜੜ੍ਹਾਂ ਬਣਾਈਆਂ, ਸਾਰਾ ਕੁਝ ਕੀਤਾ, ਲੇਕਿਨ ਕੁਦਰਤ ਦੀ ਇੱਕ ਪ੍ਰੋਸੈਸ ਨੇ ਉਹਨਾਂ ਨੂੰ ਫੋਸਲ ਬਣਾ ਦਿੱਤਾ। ਸਾਨੂੰ ਪਤਾ ਲੱਗੇ ਕਿ 20 ਲੱਖ ਸਾਲ ਬਾਅਦ ਜਿਹੜੇ ਬ੍ਰਿਕਸ਼ ਸੀਗੇ ਅੱਜ ਪੱਥਰ ਬਣੇ ਹੋਏ, ਉਹ ਪਹਿਲੋਂ ਬ੍ਰਿਕਸ਼ਾਂ ਦੀਆਂ ਤਣੇ ਦੀਆਂ ਜੜ੍ਹਾਂ ਹੁੰਦੀਆਂ ਸੀ। ਜਿਹੜੇ ਵੀ ਪਹਾੜੀ ਰੁੱਖ ਹੁੰਦੇ ਨੇ ਉਹਨਾਂ ਦੀਆਂ ਜੜ੍ਹਾਂ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ, ਖੂਬਸੂਰਤ ਆਕ੍ਰਿਤੀਆਂ ਬੜੀਆਂ ਹੁੰਦੀਆਂ ਨੇ, ਬੜੇ ਪਿਆਰੇ ਹੁੰਦੇ। ਕਿਉਂ ਦੱਸ ਰਿਹਾ? ਕਿਉਂਕਿ ਮੈਨੂੰ ਜਿਹੜੇ ਮੇਰੇ ਐਕਸਪਰਟ ਹੈਗੇ ਆ, ਉਹਨਾਂ ਨੇ ਇਹ ਦੱਸਿਆ ਕਿ ਇਹਦੀ ਉਮਰ ਜਿਹੜੀ ਆ ਅਪਰੋਕਸੀਮੇਟਲੀ 25 ਲੱਖ ਸਾਲ ਪੁਰਾਣੀ ਹੈ ਇਹਨਾਂ ਦੀ। ਔਰ ਕੁਦਰਤ ਜਦੋਂ ਇਹਨਾਂ ਚੀਜ਼ਾਂ ਨੂੰ ਫੋਸਿਲ ਬਣਾਉਂਦੀ ਹੈ, ਤੇ ਜਿਹੜੇ ਸਟਾਰਫਿਸ਼ ਦੇ ਉੱਤੇ ਦਾਣੇ ਨੇ, ਹੂ ਬਹੂ ਉਸ ਤਰ੍ਹਾਂ ਹੀ ਦਾਣੇ ਨੇ, ਉਸ ਤਰ੍ਹਾਂ ਹੀ ਕਲਰ ਹੈ, ਉਸ ਤਰ੍ਹਾਂ ਹੀ ਉਹਦਾ ਟੈਕਸਚਰ ਹੈ, ਸਾਰਾ ਕੁਝ ਉਸ ਤਰ੍ਹਾਂ ਹੀ ਹੈ। ਇਹ ਕੁਦਰਤ ਨੇ ਬਣਾਇਆ। ਹੁਣ ਨਹੀਂ ਫੋਸਲ ਬਣਨਗੇ, ਕਿਉਂਕਿ ਧਰਤੀ ਦੇ ਉੱਤੇ ਕਿਤੇ ਵੀ ਹਿਮ ਯੁੱਗ ਨਹੀਂ ਹੈਗਾ। ਜਿੰਨੇ ਵੀ ਸਾਨੂੰ ਫੋਸਲਸ ਮਿਲ ਰਹੇ ਨੇ ਉਹ ਲੱਖਾਂ ਸਾਲ ਪੁਰਾਣੇ ਮਿਲ ਰਹੇ ਨੇ, ਅੱਜ ਦੇ ਨਹੀਂ ਮਿਲ ਰਹੇ। ਇਹਦੀ ਉਮਰ ਜਿਹੜੀ ਨਿਕਲੇਗੀ ਉਹ 298 ਮਿਲੀਅਨ ਈਅਰਸ ਓਲਡ ਨਿਕਲੇਗੀ। ਯਾਨੀ ਕਿ ਤੁਸੀਂ ਕਹਿ ਸਕਦੇ ਹੋ 29 ਕਰੋੜ ਸਾਲ ਪੁਰਾਣੀ। ਇਹਦੀ ਬੈਕ ਸਾਈਡ ਜਿਹੜੀ ਹੈ ਲਗਭਗ ਇੰਨੀ ਵੱਡੀ ਪਿੱਛੋਂ ਸ਼ੁਰੂ ਹੁੰਦੀ, ਔਰ ਇਹ 6.5 ਕਰੋੜ ਸਾਲ ਕਹਿੰਦਾ ਮੈਂ ਇਹਦੀ ਉਮਰ। ਕਿਉਂ ਕਹਿੰਦਾ ਕਿ 6.5 ਕਰੋੜ ਸਾਲ ਪਹਿਲੋਂ ਇਹ ਡਾਇਨਾਸੌਰ ਧਰਤੀ ਦੇ ਉੱਤੋਂ ਖਤਮ ਹੋ ਗਏ ਸੀ। ਨਾਗ ਦਾ ਮੂੰਹ ਹੈ, ਲੇਕਿਨ ਇੱਕ ਮੂੰਹ ਨਹੀਂ ਹੈਗਾ, ਦੋ ਮੂੰਹ ਨੇ। ਤੁਸੀਂ ਇਹਨੂੰ ਅਗਰ ਕੈਮਰਾ ਨਜ਼ਦੀਕ ਕਰਕੇ ਦੇਖੋਗੇ, ਤੁਸੀਂ ਬੜੇ ਹੈਰਾਨ ਹੋਵੋਗੇ ਕਿ ਕੋਈ ਚੀਜ਼ ਐਸੀ ਹੈ ਜਿਹੜੀ ਪੱਥਰ ਦੇ ਰੂਪ ਵਿੱਚ ਮੇਰੇ ਹੱਥ 'ਤੇ ਹੈ, ਔਰ ਇਹਦੇ ਦੋ ਮੂੰਹ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਮਿੱਥ ਦੇ ਵਿੱਚ ਸਾਡੇ ਕੋਲ ਕਹਾਣੀਆਂ ਪਈਆਂ ਹੋਈਆਂ ਨੇ, ਚਾਹੇ ਉਹ ਦਿਓਆਂ ਦੀਆਂ ਕਹਾਣੀਆਂ ਨੇ, ਮੈਂ ਪਹਿਲਾਂ ਤੁਹਾਨੂੰ ਐਲਬਮ ਦਿਖਾਈ ਹੈ ਕਿ ਉਹ ਵੀ ਹੁਣ ਸਕਾਟਲੈਂਡ ਦੀ ਧਰਤੀ ਤੋਂ ਮਿਲੀਆਂ ਹੋਈਆਂ ਚੀਜ਼ਾਂ ਤੇ ਨੈਚੁਰਲ ਹਿਸਟਰੀ ਲੰਡਨ ਦੇ ਵਿੱਚ ਪਈਆਂ ਹੋਈਆਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਵੇਖ ਰਹੇ ਹੋ RPD 24 ਤੇ ਮੈਂ ਹਾਂ ਨੀਤੂ। ਰਾਤ ਵੇਲੇ ਸੌਣ ਵੇਲੇ ਨਾ ਜਦੋਂ ਅਸੀਂ ਦੁੱਧ ਨੂੰ ਜਾਗ ਲਾਉਂਦੇ ਹਾਂ, ਜਿਹਨੂੰ ਅਸੀਂ ਕਈ ਵਾਰੀ ਖੱਟਾ ਵੀ ਕਹਿ ਦਿੰਦੇ ਹਾਂ, ਉਹ ਲਾਉਂਦੇ ਹਾਂ ਤਾਂ ਸਵੇਰੇ ਉੱਠਦੇ ਹਾਂ ਅਤੇ ਉਹਦਾ ਦਹੀਂ ਜੰਮਿਆ ਹੁੰਦਾ। ਬੜੇ ਹੈਰਾਨ ਹੁੰਦੇ ਹਾਂ ਕਿ ਇਹ ਕੀ ਹੋ ਗਿਆ, ਹੈ ਨਾ। ਅਤੇ ਬੜੀ ਅਜੀਬ ਲੱਗਦੀ ਹੈ। ਅਤੇ ਕਈ ਬੱਚੇ ਜਿਹਨਾਂ ਨੇ ਸਾਇੰਸ ਪੜ੍ਹੀ ਹੈ ਉਹ ਜਾਣਦੇ ਨੇ ਕਿ ਇਹ ਆਪਣੇ ਆਪ ਕਿੱਦਾਂ ਦਹੀਂ ਬਣ ਗਿਆ ਇਹਦਾ, ਔਰ ਯਕੀਨਨ ਤੁਸੀਂ ਵੀ ਜਾਣਦੇ ਹੋਵੋਗੇ। ਔਰ ਜਦੋਂ ਕੁਝ ਚੀਜ਼ਾਂ ਇਹੋ ਜਿਹੀਆਂ ਕਈ ਸਾਲ ਪਈਆਂ ਰਹਿੰਦੀਆਂ ਨੇ ਸਾਡੇ ਸਮਾਜ ਦੇ ਵਿੱਚ ਕਿਸੇ ਇੱਕ ਜਗ੍ਹਾ ਦੇ ਉੱਤੇ, ਉਹਨਾਂ ਦਾ ਰੂਪ ਬਦਲ ਕੇ ਇੱਕ ਨਵਾਂ ਨਿਖੜਵਾਂ ਰੂਪ ਆ ਜਾਂਦਾ, ਔਰ ਉਸ ਨੂੰ ਅਸੀਂ ਅਲੱਗ ਇੱਕ ਨਾਮ ਦੇ ਦਿੰਦੇ ਹਾਂ। ਕੁਝ ਲੋਕਾਂ ਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ, ਜਿਹੜੇ ਤਾਂ ਅਣਜਾਣ ਨੇ ਉਹਨੂੰ ਸੁੱਟ ਦਿੰਦੇ ਨੇ। ਪਰ ਜਿਹੜੇ ਇੱਕ ਇਤਿਹਾਸਕਾਰ ਨੇ, ਇੱਕ ਜਾਣਕਾਰ ਨੇ, ਜਿਹੜੇ ਉਸ ਚੀਜ਼ ਨੂੰ ਸਮਝਦੇ ਨੇ, ਜਾਣਦੇ ਨੇ, ਬੁੱਝਦੇ ਨੇ, ਘੋਖ ਕਰਦੇ ਨੇ, ਔਰ ਉਹ ਜਾਣਦੇ ਨੇ, ਸਮਝਦੇ ਨੇ ਕਿ ਇਹ ਉਹ ਚੀਜ਼ ਹੈ, ਐਸੀ ਚੀਜ਼ ਹੈ ਜਿਹੜੀ ਸਾਡੇ ਸਮਾਜ ਦੇ ਨਾਲ ਮੁੱਢ ਕਦੀਮ ਤੋਂ ਜੁੜੀ ਹੋਈ ਹੈ। ਔਰ ਇਹੋ ਜਿਹੀਆਂ ਕੁਝ ਚੀਜ਼ਾਂ, ਯਾਨੀ ਕਿ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਫੋਸਿਲਸ, ਉਸ ਦੇ ਉੱਤੇ ਅੱਜ ਅਸੀਂ ਇੱਕ ਨਵਾਂ ਐਪੀਸੋਡ ਲੈ ਕੇ ਆਏ ਹਾਂ। ਔਰ ਅਸੀਂ ਪਹੁੰਚੇ ਹਾਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਦੇਵ ਦਰਦ ਜੀ ਇਹਨਾਂ ਸਾਰੀਆਂ ਫੋਸਿਲਸ ਨੂੰ ਸਾਂਭੀ ਬੈਠੇ ਨੇ। ਔਰ ਜੇਕਰ ਮੈਂ ਗੱਲ ਕਰਾਂ ਸਾਡੇ ਭਾਰਤੀ ਸਮਾਜ ਦੀ ਔਰ ਨਾਰਥ ਇੰਡੀਆ ਦੀ, ਤਾਂ ਉਹਦੇ ਵਿੱਚ ਇਹਨਾਂ ਦੇ ਕੋਲ ਬਹੁਤ ਸਾਰਾ ਇਹੋ ਜਿਹਾ ਇਤਿਹਾਸ ਪਿਆ ਹੋਇਆ ਜੋ ਇਸ ਦੇ ਨਾਲ ਜੁੜਿਆ ਹੋਇਆ। ਔਰ ਬਹੁਤ ਸਾਰੇ ਵਿਦਿਆਰਥੀ ਜਿਹੜੇ ਇਸ ਦੀ ਘੋਖ ਕਰਦੇ ਨੇ,
ਪੜ੍ਹਦੇ ਨੇ, ਡਾਕਟਰੇਟ ਕਰਦੇ ਨੇ ਜਾਂ ਉਸ ਤੋਂ ਅੱਗੇ ਹੋਰ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ, ਇੱਥੇ ਆ ਕੇ ਪੂਰੀ ਆਪਣੀ ਹਿਸਟਰੀ ਦੇ ਨਾਲ ਜੁੜ ਕੇ ਜਾਣਕਾਰੀ ਲੈ ਕੇ ਆਪਣੀ ਸਿੱਖਿਆ ਨੂੰ ਗ੍ਰਹਿਣ ਕਰਦੇ ਨੇ। ਸੋ ਅੱਜ ਅਸੀਂ ਦੇਵ ਦਰਦ ਜੀ ਦੇ ਨਾਲ ਮਿਲਾਵਾਂਗੇ, ਨਾਲ ਦੇ ਨਾਲ ਤੁਹਾਨੂੰ ਉਹ ਸਾਰਾ ਇਤਿਹਾਸ ਦਿਖਾਵਾਂਗੇ, ਉਹ ਸਾਰੀਆਂ ਚੀਜ਼ਾਂ ਵੀ ਵਿਖਾਵਾਂਗੇ ਜਿਹੜੀਆਂ ਇਹਨਾਂ ਨੇ ਸਾਡੇ ਸਮਾਜ ਤੋਂ ਆਪਣੀ ਮਿਹਨਤ ਦੇ ਨਾਲ ਇਕੱਠੀਆਂ ਕੀਤੀਆਂ ਨੇ। ਸਤਿ ਸ਼੍ਰੀ ਅਕਾਲ ਦੇਵ ਸਰ। ਨੀਤੂ ਜੀ ਸਤਿ ਸ਼੍ਰੀ ਅਕਾਲ। ਔਰ ਮੇਰੇ ਵੱਲੋਂ ਰੌਣਕ ਪੰਜਾਬ ਦੇਖ ਰਹੇ ਪੂਰੇ ਵਿਸ਼ਵ ਦੇ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖਦਾ। ਔਰ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕ ਦਿੰਦਾ ਕਿ ਇੰਨੀ ਸੋਹਣੀ ਪੰਜਾਬੀ ਤੁਸੀਂ ਬੋਲਦੇ ਹੋ ਕਿ ਸੱਚਮੁੱਚ ਮੇਰੇ ਤੇ ਬਹੁਤ ਸਾਰੇ ਐਪੀਸੋਡ ਬਣੇ ਆ, ਲੇਕਿਨ ਤੁਹਾਡੀ ਪੰਜਾਬੀ ਬਾਕਮਾਲ ਹੈ। ਮੈਂ ਸਲੂਟ ਕਰਦਾ ਐਜ਼ ਏ ਰਾਈਟਰ, ਤੁਹਾਨੂੰ ਸਲੂਟ ਕਰਦਾ ਕਿ ਇੰਨੀ ਵਧੀਆ ਕੰਪੇਅਰਿੰਗ ਔਰ ਇੰਨੀ ਖੂਬਸੂਰਤ ਪੰਜਾਬੀ ਬੋਲਣ ਵਾਸਤੇ ਸਾਨੂੰ ਤੁਹਾਡੇ ਵਰਗੀਆਂ ਧੀਆਂ 'ਤੇ ਮਾਣ ਹੈ। ਮੈਂ ਇੱਥੇ ਇਹੀ ਕਹਾਂਗੀ ਕਿ ਮੈਂ ਤੁਹਾਡੇ ਵਰਗੇ ਪ੍ਰਿੰਸੀਪਲ, ਤੁਹਾਡੇ ਵਰਗੇ ਸੂਝਵਾਨ ਔਰ ਸਮਝਦਾਰ ਕਹਾਂਗੀ ਅਧਿਆਪਕਾਂ ਦੀ ਬੱਚੀ ਰਹੀ ਹਾਂ ਜਿਨ੍ਹਾਂ ਕੋਲੋਂ ਮੈਂ ਸਿੱਖਿਆ। ਔਰ ਤੁਹਾਡੇ ਵਰਗੇ ਜਿਹੜੇ ਗੁਰੂ ਨੇ, ਤੁਹਾਡੇ ਵਰਗੇ ਜਿਹੜੇ ਅਧਿਆਪਕ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਯਕੀਨਨ ਉਹ ਜ਼ਰੂਰ ਕਾਮਯਾਬ ਵੀ ਹੁੰਦੇ ਨੇ ਅਤੇ ਆਪਣੀ ਮਾਂ ਬੋਲੀ ਦੇ ਨਾਲ ਵੀ ਹਮੇਸ਼ਾ ਜੁੜ ਕੇ ਰਹਿੰਦੇ ਨੇ। ਬਿਲਕੁਲ ਨੀਤੂ ਜੀ, ਅਸੀਂ ਫੋਸਿਲਸ ਦੀ ਗੱਲ ਕਰਨ ਲੱਗੇ ਹਾਂ, ਲੇਕਿਨ ਫੋਸਿਲਸ ਦੀ ਗੱਲ ਕਰਨ ਤੋਂ ਪਹਿਲਾਂ ਜੇ ਅਸੀਂ ਉਹਦਾ ਧਰਾਤਲ ਤਿਆਲ ਕਰੀਏ ਪਹਿਲਾਂ ਕਿ ਅਗਰ ਕੋਈ ਬੱਚਾ ਸੁਸਾਇਟੀ ਦੇ ਵਿੱਚ ਅੱਜ ਆਖਦਾ ਹੈ ਕਿ ਮੈਂ ਹਿਸਟਰੀ ਪੜ੍ਹ ਰਿਹਾ ਅਤੇ ਅਸੀਂ ਉਸ ਬੱਚੇ ਨੂੰ ਕੋਈ ਚੰਗੀਆਂ ਨਜ਼ਰਾਂ ਨਾਲ ਨਹੀਂ ਦੇਖਦੇ। ਹਰ ਮਾਂ-ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਅਸੀਂ ਆਪਣੇ ਪੁੱਤ ਨੂੰ ਡਾਕਟਰ ਬਣਾਈਏ, ਇੰਜੀਨੀਅਰ ਬਣਾਈਏ ਜਾਂ ਜ਼ਿਆਦਾ ਤੋਂ ਜ਼ਿਆਦਾ ਵਿਦੇਸ਼ 'ਚ ਭੇਜ ਦਈਏ। ਲੇਕਿਨ ਜਿਹੜੇ ਟੀਚਰ ਇਤਿਹਾਸ ਪੜ੍ਹਾਉਂਦੇ ਨੇ ਉਹਨਾਂ ਨੂੰ ਕਦੀ ਟਿਊਸ਼ਨ ਵਰਕ ਨਹੀਂ ਮਿਲਦਾ। ਕੋਈ ਬੱਚਾ ਟਿਊਸ਼ਨ ਪੜ੍ਹਨ ਨਹੀਂ ਜਾਂਦਾ। ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਹਿਸਟਰੀ ਸਬਜੈਕਟ ਨੂੰ ਨੀਰਸ ਬਣਾ ਦਿੱਤਾ ਗਿਆ। ਔਰ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਇਹਦੇ ਵਿੱਚ ਸਭ ਨਾਲੋਂ ਵੱਡੀ ਗਲਤੀ ਸਾਡੇ ਸਰਕਾਰਾਂ ਦੀ ਹੈ ਕਿ ਸਰਕਾਰਾਂ ਨੇ ਇਸ ਸਬਜੈਕਟ ਦੇ ਵਿੱਚ ਇੰਟਰਸਟ ਕ੍ਰੀਏਟ ਹੀ ਨਹੀਂ ਕੀਤਾ। ਸਾਨੂੰ ਉਹ ਮੈਥਡ ਹੀ ਨਹੀਂ ਦੱਸੇ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਪੜ੍ਹਾਈਏ, ਹਿੰਦੁਸਤਾਨ ਦੀ ਜਾਂ ਆਪਣੇ ਆਪਣੇ ਮੁਲਕ ਦੀ ਮਹਾਨ ਸੰਸਕ੍ਰਿਤੀ ਤੋਂ ਜਾਣੂ ਕਰਵਾਈਏ। ਇਤਿਹਾਸ ਪੜ੍ਹਾਂਗੇ ਅਤੇ ਅਸੀਂ ਆਪਣੀ ਟ੍ਰੈਡੀਸ਼ਨ ਨਾਲ ਜੁੜਾਂਗੇ, ਟ੍ਰੈਡੀਸ਼ਨ ਨਾਲ ਜੁੜਾਂਗੇ ਅਤੇ ਸਾਨੂੰ ਪੁਰਾਤਨ ਲੋਕਾਂ ਦੇ ਰਹਿਣ ਸਹਿਣ, ਸਾਡੀਆਂ ਇਹਨਾਂ ਸੱਭਿਅਤਾਵਾਂ ਦਾ ਜੋ ਲੇਖਾ ਜੋਖਾ ਹੈ ਉਹ ਪਤਾ ਲੱਗੇਗਾ। ਸਾਡੀਆਂ ਸਰਕਾਰਾਂ ਨੂੰ ਪਹਿਲੀ ਗੱਲ ਤਾਂ ਇਹ ਚਾਹੀਦੀ ਹੈ ਕਿ ਜਿਸ ਤਰ੍ਹਾਂ ਮੈਂ ਸਕੂਲ ਦੇ ਵਿੱਚ ਇਹ ਗੈਲਰੀਜ਼ ਬਣਾਈਆਂ ਹੋਈਆਂ ਨੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ, ਮੈਂ ਪੰਜਾਬ ਸਰਕਾਰ ਨੂੰ ਹੀ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਘੱਟੋ ਘੱਟ 2 ਸ਼ਹਿਰ ਤੇ ਚੁਣੋ ਜਿਨ੍ਹਾਂ ਦੇ ਵਿੱਚ ਹਿਸਟਰੀ ਦੀਆਂ ਲੈਬਸ ਬਣਾਓ। ਬੱਚੇ ਉਹਨਾਂ ਨੂੰ ਦੇਖਣ ਜਾਣ, ਉੱਥੋਂ ਦੀਆਂ ਚੀਜ਼ਾਂ ਦੇਖਣ, ਉਹਨਾਂ ਦੇ ਮਨ ਦੇ ਅੰਦਰ ਹਿਸਟਰੀ ਪ੍ਰਤੀ ਸ਼ੌਕ ਪੈਦਾ ਹੋਵੇ ਅਤੇ ਉਹ ਇਸ ਸਬਜੈਕਟ ਨੂੰ ਗੰਭੀਰਤਾ ਨਾਲ ਲੈਣ ਅਤੇ ਫਿਰ ਉਹਨਾਂ ਲੋਕਾਂ ਦੀ ਖੋਜ ਕਰਨ, PhD ਦੇ ਨਾਲ ਜੁੜਨ। ਅਸੀਂ ਇਹ ਕੰਮ ਨਹੀਂ ਕੀਤਾ। ਹੁਣ ਅਸੀਂ ਫੋਸਿਲਸ ਦੀ ਗੱਲ ਕਰਨੀ ਹੈ। ਮੈਂ ਬਚਪਨ ਦੇ ਵਿੱਚ ਸੁਣਦਾ ਹੁੰਦਾ ਸੀਗਾ ਆਪਣੇ ਬਜ਼ੁਰਗਾਂ ਦੇ ਕੋਲੋਂ ਕਿ ਚੀਜ਼ਾਂ ਪੱਥਰਾਟ ਬਣ ਜਾਂਦੀਆਂ ਨੇ। ਹੁਣ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਪੱਥਰਾਟ ਕੀ ਚੀਜ਼ ਹੋਈ। ਫਿਰ ਮੈਂ ਆਪਣੇ ਦਾਦਾ ਜੀ ਨੂੰ ਪੁੱਛਣਾ ਕਿ ਪੱਥਰਾਟ ਕੀ ਹੁੰਦਾ, ਅਤੇ ਉਹਨਾਂ ਨੇ ਇਹ ਦੱਸਣਾ ਕਿ ਚੀਜ਼ਾਂ ਕੁਝ ਜਿਹੜੀਆਂ ਨੇ ਉਹ ਪੱਥਰ ਬਣ ਜਾਂਦੀਆਂ ਨੇ, ਉਹ ਸਰਾਪ ਲੱਗ ਜਾਂਦਾ ਉਹਨਾਂ ਨੂੰ। ਫਿਰ ਮੈਨੂੰ ਸਮਝ ਨਾ ਆਉਣੀ ਕਿ ਸਰਾਪ ਕੀ ਹੁੰਦਾ ਔਰ ਸਰਾਪ ਬਣ ਕੇ ਪੱਥਰ ਕਿਵੇਂ ਬਣ ਜਾਂਦੀਆਂ। ਪਰ ਮੈਨੂੰ ਜਦੋਂ ਮੈਂ ਵੱਡਾ ਹੋਇਆ ਫਿਰ ਪਤਾ ਲੱਗਾ ਕਿ ਇਹ ਇਸ ਤਰ੍ਹਾਂ ਕੋਈ ਸਰਾਪ ਦੀ ਗੱਲ ਨਹੀਂ ਹੈਗੀ ਕਿ ਚੀਜ਼ਾਂ ਪੱਥਰ ਬਣ ਜਾਂਦੀਆਂ ਨੇ। ਇੱਕ ਸਾਇੰਸ ਦੀ ਪ੍ਰੋਸੈਸ ਹੈ ਕਿ ਬਹੁਤ ਦੇਰ ਧਰਤੀ ਦੇ ਉੱਤੇ ਹਿਮ ਜੁਗ ਗਿਰਿਆ। ਜਿਹੜਾ ਵੀ ਕੋਈ ਇਨਸਾਨ, ਜਿਹੜਾ ਜਾਨਵਰ, ਜਿਹੜੀ ਵੀ ਚੀਜ਼ ਬਨਸਪਤੀ ਕੋਈ ਉਹਦੇ ਵਿੱਚ ਰਹੀ, ਲੱਖਾਂ ਸਾਲ ਉਹਦੀ ਹੋਂਦ ਉਸ ਤਰ੍ਹਾਂ ਦੀ ਉਸ ਤਰ੍ਹਾਂ ਰਹੀ। ਫਿਰ ਕਿਤੇ ਜਦੋਂ ਉਹਦਾ ਇੱਕ ਕੰਨ, ਉਹਦੀ ਚਮੜੀ ਝੜੀ, ਉਹਦੀ ਹੱਡੀ ਦਾ ਕੋਈ ਕੰਨ ਝੜਿਆ, ਉਹਦੀ ਜਗ੍ਹਾ ਪੱਥਰ ਨੇ ਲੈ ਲਈ, ਅਤੇ ਫਿਰ ਹੋਰ ਲੱਖਾਂ ਸਾਲ ਉਹਦੇ 'ਚ ਐਡ ਹੋ ਗਏ ਅਤੇ ਫਿਰ ਉਹ ਸਾਰੀ ਦੀ ਸਾਰੀ ਚੀਜ਼ ਪੱਥਰ ਦੀ ਬਣ ਗਈ। ਮੈਂ ਇੱਥੇ ਇੱਕ ਚੀਜ਼ ਵਿੱਚ ਨਾਲ ਜ਼ਰੂਰ ਐਡ ਆਨ ਕਰਾਂਗੀ, ਮੈਨੂੰ ਮਾਫ ਕਰਨਾ, ਮੈਂ ਤੁਹਾਡੀ ਗੱਲ ਕੱਟ ਰਹੀ ਹਾਂ। ਮੈਨੂੰ ਇਹ ਦੱਸ ਸਕਦੇ ਹੋ ਕਿ ਕਿੰਨਾ ਸਮਾਂ ਪਾ ਕੇ ਕੋਈ ਵੀ ਚੀਜ਼ ਜਿਹੜੀ ਆ ਉਹ ਫੋਸਲ ਦਾ ਰੂਪ ਲੈਂਦੀ ਹੈ? ਕਿਉਂਕਿ ਸਾਡੇ ਬੜੇ ਸਾਰੇ ਦਰਸ਼ਕ ਨੇ ਜਿਨ੍ਹਾਂ ਨੂੰ ਸ਼ਾਇਦ ਇਸ ਬਾਰੇ ਪਤਾ ਹੀ ਨਹੀਂ ਹੈ ਕਿ ਕਿੰਨੇ ਸਮੇਂ ਬਾਅਦ ਕੋਈ ਚੀਜ਼ ਫਸਲ ਦਾ ਰੂਪ ਲੈਂਦੀ ਹੈ। ਨੀਤੂ ਜੀ, ਮੈਂ ਤੇ ਆਰਟ ਦਾ ਅਤੇ ਮੈਂ ਪੰਜਾਬੀ ਦਾ ਵਿਦਿਆਰਥੀ ਹਾਂ। ਮੈਂ ਪੂਰਨਤਾ ਨਾਲ ਇਹ ਚੀਜ਼ ਨਹੀਂ ਦੱਸ ਸਕਦਾ, ਪਰ ਜਿਹੜੀ ਮੈਂ ਸੁਣਿਆ ਹੈਗਾ ਆਪਣੇ ਐਕਸਪਰਟਸ ਕੋਲੋਂ, ਉਹ ਇਹ ਗੱਲ ਦੱਸਦੇ ਹੁੰਦੇ ਸੀਗੇ ਕਿ ਜਦੋਂ ਫੋਸਲ ਕੋਈ ਬਣਦਾ ਹੈਗਾ
ਉਹ ਫੋਸਿਲ ਘੱਟ ਤੋਂ ਘੱਟ 15 ਲੱਖ ਸਾਲ ਬਾਅਦ ਇੱਕ ਮੈਚਿਓਰ ਫੋਸਿਲ ਬਣਦਾ ਹੈ। 15 ਲੱਖ ਸਾਲ ਬਾਅਦ ਕਿ ਉਹ ਧਰਤੀ ਦੀ ਗੋਦੀ ਦੇ ਵਿੱਚ ਉਸ ਜਗ੍ਹਾ ਤੇ ਰਵੇ ਜਿੱਥੇ ਉੱਪਰ ਬਰਫ਼ ਪਈ ਹੋਈ ਹੈ, ਥੱਲੇ ਮਿੱਟੀ ਹੈ, ਤੇ ਉਹ ਪ੍ਰਕਿਰਿਆਵਾਂ ਜਿਹੜੀਆਂ ਉਹਦੇ ਗਰਭ ਦੇ ਵਿੱਚ ਹੁੰਦੀਆਂ ਨੇ ਉਹਦੇ ਨਾਲ ਉਹ ਜਿਹੜੀ ਚੀਜ਼ ਹੈ ਉਹ ਪੱਥਰ ਬਣਦੀ ਹੈ। ਹੁਣ ਇਹ ਇੱਕ ਹੱਡੀ ਹੋਏਗੀ, ਇਹ ਅੰਦਰੋਂ ਸਾਰੀ ਪੱਥਰ ਦੀ ਬਣ ਗਈ ਹੋਈ ਹੈ, ਲੇਕਿਨ ਬਾਹਰੋਂ ਨਹੀਂ ਬਣੀ ਹੈ ਨਾ। ਇਹਨੂੰ ਅਸੀਂ ਇਮੈਚੁਰ ਫੋਸਿਲ ਕਵਾਂਗੇ। ਇਹ ਹੋ ਸਕਦਾ ਹੈ 7 ਲੱਖ ਸਾਲ ਪੁਰਾਣਾ ਹੋਵੇ, 8 ਲੱਖ ਸਾਲ ਪੁਰਾਣਾ ਹੋਵੇ, ਜਾਂ 10 ਲੱਖ ਸਾਲ ਤੱਕ ਇੰਨਾ ਕੁ ਪੁਰਾਣਾ ਹੋਏਗਾ। ਲੇਕਿਨ ਇਹਦੇ ਨਾਲ ਮਿਲੇ ਜੁਲੇ ਕੁਝ ਚੀਜ਼ਾਂ ਨੇ, ਜਿਸ ਤਰ੍ਹਾਂ ਇਹ ਘੋਗੇ ਨੇ। ਹੁਣ ਇਹ ਸਾਰੇ ਦੇ ਸਾਰੇ ਪੱਥਰ ਬਣ ਗਏ ਨੇ, ਇਹ ਸਾਰੇ ਪੱਥਰ ਬਣ ਗਏ। ਅਸੀਂ ਉੱਪਰੋਂ ਦੇਖ ਕੇ ਆਸਾਨੀ ਨਾਲ ਹਰ ਵਿਅਕਤੀ ਕਹਿ ਸਕਦਾ ਕਿ ਇਹ ਘੋਗੇ ਹੈਗੇ ਆ, ਇਹ ਘੋਗੇ ਹੈ। ਲੇਕਿਨ ਇਹਦੀ ਸਿਰਫ ਉੱਪਰਲੀ ਸਕਿਨ ਜਿਹੜੀ ਹੈ, ਉੱਪਰਲੀ ਸਕਿਨ ਇਹ ਸਿਰਫ ਇੱਕ ਪਰਤ ਰਹਿ ਗਈ ਇਹਦੀ, ਬਾਕੀ ਸਾਰਾ ਪੱਥਰ ਹੈ, ਬਾਕੀ ਸਾਰਾ ਹੈ। ਇਹ ਘੱਟ ਤੋਂ ਘੱਟ ਵੀ ਇਹ 15 ਲੱਖ ਸਾਲ ਪੁਰਾਣੇ ਆ, 15 ਲੱਖ ਸਾਲ ਪੁਰਾਣੇ ਹੈਗੇ ਆ। ਇਹ ਮੈਚਿਓਰ ਨੇ, ਇਹਨਾਂ ਨੂੰ ਅਸੀਂ ਫੋਸਿਲਸ ਕਵਾਂਗੇ ਸਾਰੇ, ਕਿ ਇਹ ਚੀਜ਼ਾਂ ਜਿਹੜੀਆਂ ਇਹ ਪੱਥਰ ਬਣ ਗਈਆਂ। ਮੈਂ ਇਹਦੇ 'ਚ ਇੱਕ ਗੱਲ ਹੋਰ ਐਡ ਕਰਨੀ ਚਾਹਾਂਗਾ ਕਿ ਸਾਡੇ ਕੋਲ ਇੰਗਲੈਂਡ ਦੇ ਵਿੱਚ ਪੂਰੇ ਦੇ ਪੂਰੇ ਮਿਊਜ਼ੀਅਮ ਨੇ, ਔਰ ਖਾਸ ਕਰਕੇ ਜਦੋਂ ਅਸੀਂ ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਗੱਲ ਕਰਦੇ ਹਾਂ, ਨੈਚੁਰਲ ਹਿਸਟਰੀ ਲੰਡਨ ਦੀ ਗੱਲ ਕਰਦੇ ਹਾਂ, ਉੱਥੋਂ ਦੇ ਵੱਡੇ ਮਿਊਜ਼ੀਅਮ ਦੀ ਗੱਲ ਕਰਦੇ ਹਾਂ, ਤੇ ਮੈਂ ਦਰਸ਼ਕਾਂ ਨੂੰ ਚਾਹਾਂਗਾ ਕਿ ਜਿਵੇਂ ਕੋਈ ਆਰਟਿਸਟ ਆਪਣੀ ਕੋਈ ਚੀਜ਼ ਬਣਾਉਂਦਾ ਹੈ ਤੇ ਉਹਦੀ ਇੱਕ ਤਮੰਨਾ ਹੁੰਦੀ ਹੈ ਕਿ ਇਹ ਮੈਂ ਕਲਾਕ੍ਰਿਤੀ ਬਣਾਈ ਹੈ, ਬੜੀ ਦੇਰ ਲੋਕਾਂ ਦੇ ਸਾਹਮਣੇ ਰਵੇ। ਦੀਪ ਜੀ ਇੱਕ ਮਿੰਟ ਨਾ, ਉਹ ਮੈਨੂੰ ਫੜਾਣਾ, ਐਲਬਮ ਫੜਾਣਾ, ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂਗਾ ਕਿ ਕੁਦਰਤ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਫੋਸਿਲਸ ਦੇ ਰੂਪ ਵਿੱਚ, ਜਿਸ ਤਰ੍ਹਾਂ ਇਹ ਜਾਨਵਰ ਹੈ। ਹੁਣ ਅੱਜ ਇਹ ਧਰਤੀ ਦੇ ਉੱਤੇ ਜਾਨਵਰ ਨਹੀਂ ਹੈ, ਇਹ ਜਾਨਵਰ ਦੀ ਖੋਪੜੀ ਹੈਗੀ ਹੈ, ਇਹ ਪੂਰੇ ਉਹਦੇ ਦੰਦ ਹੈਗੇ ਨੇ, ਇਹ ਕੁਦਰਤ ਨੇ ਬਣਾਏ ਹੈ। ਲੇਕਿਨ ਇਹਨੂੰ ਫੋਸਿਲ ਬਣਾਉਣ ਦੇ ਵਿੱਚ ਤੇ ਇਹਨੂੰ ਸੰਭਾਲਣ ਦੇ ਵਿੱਚ ਸ਼ਾਇਦ ਕੁਦਰਤ ਦਾ ਇਹ ਪ੍ਰਯੋਜਨ ਹੋਵੇ ਕਿ ਆਉਣ ਵਾਲੀਆਂ ਜਨਰੇਸ਼ਨਸ ਦੇਖਣ ਕਿ ਮੈਂ ਇਸ ਤਰ੍ਹਾਂ ਦੇ ਵੀ ਜਾਨਵਰ ਬਣਾਏ ਸੀਗੇ, ਹੈ ਨਾ। ਇੱਕ ਐਜ਼ ਆਰਟਿਸਟ ਮੇਰੀ ਇੱਕ ਭਾਵਨਾ ਹੈ। ਇਹ ਮਛਲੀਆਂ ਦੇ ਫੋਸਿਲਸ ਨੇ, ਇਹ ਸਾਰੇ ਰੁੱਖਾਂ ਦੇ, ਇਹ ਘੋਗਿਆਂ ਦੇ ਫੋਸਿਲ ਨੇ। ਇਹ ਹੁਣ ਇਹ ਜਿਹੜੇ ਸਾਰੇ ਫੋਸਿਲਸ ਨੇ, ਇਹਦੇ ਨਾਲ ਨਾਲ ਇੰਗਲੈਂਡ ਦੀ ਜਿਹੜੀ ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਵੱਡਾ ਲੈਬ ਹੈਗੀ ਹੈ, ਉਹਨਾਂ ਨੇ ਸਕਾਟਲੈਂਡ ਤੋਂ ਇਹ ਫੋਸਿਲ ਲੱਭਿਆ। ਤੇ ਇਹ ਫੋਸਿਲ ਉਹ ਹੈ ਕਿ ਉਸ ਵਿਅਕਤੀ ਦਾ ਫੋਸਿਲ ਹੈ ਜਿਹਨੂੰ ਅਸੀਂ ਆਦਿ ਮਾਨਵ ਕਹਿੰਦੇ ਹਾਂ, ਜੋ ਸਭ ਨਾਲੋਂ ਪੁਰਾਣਾ ਆਦਮੀ ਕਹਿੰਦੇ ਹਾਂ। ਇਹਦੇ 'ਚ ਖੂਬਸੂਰਤ ਗੱਲ ਇਹ ਹੈ ਕਿ ਇਹਦੇ ਖਾਣ ਵਾਲੇ ਦੰਦ ਨੇ ਤੇ ਇਹ ਹਿਫਾਜ਼ਤ ਕਰਨ ਵਾਲੇ ਦੰਦ ਨੇ। ਇਹਨੂੰ ਮੈਂ ਜਦੋਂ ਸਾਹਮਣੇ ਇਹਦੀ ਫੋਟੋਗ੍ਰਾਫੀ ਕੀਤੀ ਹੈ, ਮੈਂ ਉੱਥੇ ਜਾ ਕੇ ਕੀਤੀ ਹੈ, ਤੇ ਇੱਥੋਂ ਦੇਖਣ ਨੂੰ ਮਿਲਦਾ ਕਿ ਇਹਦੀ ਇੱਕ ਅੱਖ ਹੈ। ਜਿਹੜੇ ਸਾਡੀਆਂ ਕਹਾਣੀਆਂ ਦੇ ਵਿੱਚ ਜਿਹੜੀਆਂ ਦਾਦੀਆਂ ਨਾਨੀਆਂ ਸਾਨੂੰ ਰਾਤ ਸੌਣ ਲੱਗਿਆਂ ਕਹਾਣੀਆਂ ਸੁਣਾਉਂਦੀਆਂ ਸੀ, ਉਹਦੇ ਵਿੱਚ ਇੱਕ ਦਿਓ ਦਾ ਜ਼ਿਕਰ ਆਉਂਦਾ ਸੀ। ਅਸੀਂ ਮੋਟੇ ਤੌਰ 'ਤੇ ਸਾਡੇ ਕੋਲ ਇੱਕੋ ਹੀ ਸ਼ਬਦ ਸੀ, ਅਸੀਂ ਦਿਓ ਕਹਿ ਦਿੰਦੇ ਸੀ, ਪਰੀਆਂ ਕਹਿ ਦਿੰਦੇ ਸੀ। ਲੇਕਿਨ ਉਹਨਾਂ ਨੇ ਉਹ ਮਾਨਵ ਲੱਭਿਆ ਹੈਗਾ ਜਿਹੜਾ ਕੁਦਰਤ ਨੇ ਬਣਾਇਆ, ਉਹਦੀ ਇੱਕ ਅੱਖ ਬਣਾਈ, ਉਹਦੇ ਹਿਫਾਜ਼ਤ ਕਰਨ ਵਾਲੇ ਦੰਦ ਬਣਾਏ ਤੇ ਖਾਣ ਵਾਲੇ ਦੰਦ ਵੱਖਰੇ ਬਣਾਏ। ਹੁਣ ਜਿਹੜਾ ਸਾਡਾ ਮਿਊਜ਼ੀਅਮ ਹੈ, ਨੈਚੁਰਲ ਹਿਸਟਰੀ ਮਿਊਜ਼ੀਅਮ, ਉਹਨਾਂ ਨੇ ਇਹਨੂੰ ਇਸ ਤਰ੍ਹਾਂ ਹੀ ਖੜੇ ਕੀਤਾ ਹੋਇਆ ਕਿ ਇੱਕ ਜਗ੍ਹਾ ਉਹ ਬੰਦਾ ਖਿਲਾਰਿਆ ਹੋਇਆ ਇਹਦੇ ਨਾਲ ਜਿਹੜਾ ਅੱਜ ਦਾ ਲੇਟੈਸਟ ਬੰਦਾ ਹੈ, ਤੇ ਦੂਸਰੇ ਪਾਸੇ ਸਭ ਨਾਲੋਂ ਪੁਰਾਣਾ ਬੰਦਾ ਉਹ ਖੜਾ ਕੀਤਾ ਹੋਇਆ, ਉਹਨਾਂ ਨੇ ਖਿਲਾਰਿਆ। ਜਦੋਂ ਅਸੀਂ ਲੈਬਸ ਦੇ ਵਿੱਚ ਇਹਨਾਂ ਚੀਜ਼ਾਂ ਦੀ ਸਟੱਡੀ ਕਰਦੇ ਹਾਂ ਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬ੍ਰਿਕਸ਼ ਨੇ, ਕੁਦਰਤ ਨੇ ਬ੍ਰਿਕਸ਼ ਦੀਆਂ ਜੜ੍ਹਾਂ ਬਣਾਈਆਂ, ਸਾਰਾ ਕੁਝ ਕੀਤਾ, ਲੇਕਿਨ ਕੁਦਰਤ ਦੀ ਇੱਕ ਪ੍ਰੋਸੈਸ ਨੇ ਉਹਨਾਂ ਨੂੰ ਫੋਸਿਲ ਬਣਾ ਦਿੱਤਾ। ਸਾਨੂੰ ਪਤਾ ਲੱਗੇ ਕਿ 20 ਲੱਖ ਸਾਲ ਬਾਅਦ ਜਿਹੜੇ ਬ੍ਰਿਕਸ਼ ਸੀਗੇ ਅੱਜ ਪੱਥਰ ਬਣੇ ਹੋਏ, ਉਹ ਪਹਿਲੋਂ ਬ੍ਰਿਕਸ਼ਾਂ ਦੀਆਂ ਤਣੇ ਦੀਆਂ ਜੜ੍ਹਾਂ ਹੁੰਦੀਆਂ ਸੀ। ਜਿਹੜੇ ਵੀ ਪਹਾੜੀ ਰੁੱਖ ਹੁੰਦੇ ਨੇ ਉਹਨਾਂ ਦੀਆਂ ਜੜ੍ਹਾਂ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ, ਖੂਬਸੂਰਤ ਆਕ੍ਰਿਤੀਆਂ ਬੜੀਆਂ ਹੁੰਦੀਆਂ ਨੇ, ਬੜੇ ਪਿਆਰੇ ਹੁੰਦੇ। ਲੇਕਿਨ ਇਹਦੇ ਨਾਲ ਜਿਹੜੇ ਸਾਡੇ ਸਮੁੰਦਰੀ ਜੀਵ ਸੀਗੇ, ਸਾਡੀਆਂ ਸਟਾਰ ਫਿਸ਼ ਹੈਗੀਆਂ ਨੇ, ਇਹ ਅਲੱਗ-ਅਲੱਗ ਸਮੇਂ ਦੀਆਂ ਨੇ ਤਾਂ ਅਲੱਗ-ਅਲੱਗ ਨੇ, ਜਾਂ ਇਹਨਾਂ ਦਾ ਸਟਰਕਚਰ ਜਿਹੜਾ ਉਹ ਅਲੱਗ-ਅਲੱਗ ਸੀ? ਸਟਾਰ ਫਿਸ਼ ਵੀ ਅਲੱਗ-ਅਲੱਗ ਹੈ, ਇਹਨਾਂ ਦੇ ਸਥਾਨ ਵੀ ਅਲੱਗ-ਅਲੱਗ ਹੈ, ਅਲੱਗ-ਅਲੱਗ ਥਾਵਾਂ 'ਤੇ ਬਣੀਆਂ ਹੋਣਗੀਆਂ, ਇਸ ਕਰਕੇ ਇਹਨਾਂ ਦਾ ਕਲਰ ਵੀ ਵੱਖਰਾ ਹੈ। ਜੇ ਮੈਂ ਇਹਨੂੰ ਲਵਾਂ
ਤੇ ਇਹ ਦੇਖੋ ਨਾ ਇਹਦੇ ਪਿੱਛੇ ਦੀ ਸਕਿਨ ਬਣੀ ਹੋਈ ਹੈ ਤੇ ਇਹ ਹੁਣ ਮੈਂ ਇਹਦੀ ਉਮਰ 25 ਲੱਖ ਸਾਲ ਦੱਸ ਰਿਹਾ ਹੈਗਾ। ਕਿਉਂ ਦੱਸ ਰਿਹਾ? ਕਿਉਂਕਿ ਮੈਨੂੰ ਜਿਹੜੇ ਮੇਰੇ ਐਕਸਪਰਟ ਹੈਗੇ ਆ ਉਹਨਾਂ ਨੇ ਇਹ ਦੱਸਿਆ ਕਿ ਇਹਦੀ ਉਮਰ ਜਿਹੜੀ ਆ ਅਪਰੋਕਸੀਮੇਟਲੀ 25 ਲੱਖ ਸਾਲ ਪੁਰਾਣੀ ਹੈ ਇਹਨਾਂ ਦੀ। ਔਰ ਕੁਦਰਤ ਜਦੋਂ ਇਹਨਾਂ ਚੀਜ਼ਾਂ ਨੂੰ ਫੋਸਿਲ ਬਣਾਉਂਦੀ ਹੈ ਤੇ ਜਿਹੜੇ ਸਟਾਰਫਿਸ਼ ਦੇ ਉੱਤੇ ਦਾਣੇ ਨੇ ਹੂ ਬਹੂ ਉਸ ਤਰ੍ਹਾਂ ਹੀ ਦਾਣੇ ਨੇ, ਉਸ ਤਰ੍ਹਾਂ ਹੀ ਕਲਰ ਹੈ, ਉਸ ਤਰ੍ਹਾਂ ਹੀ ਉਹਦਾ ਟੈਕਸਚਰ ਹੈ, ਸਾਰਾ ਕੁਝ ਉਸ ਤਰ੍ਹਾਂ ਹੀ ਹੈ। ਇਹ ਕੁਦਰਤ ਨੇ ਬਣਾਇਆ ਤੇ ਮੈਂ ਐਜ਼ ਏ ਆਰਟਿਸਟ, ਐਜ਼ ਏ ਰਾਈਟਰ, ਇਹਨੂੰ ਜਿਹੜੀ ਮੈਂ ਪਹਿਲੋਂ ਗੱਲ ਕਹੀ ਹੈ ਕਿ ਸ਼ਾਇਦ ਕੁਦਰਤ ਚਾਹੁੰਦੀ ਹੋਵੇ ਕਿ ਇਹ ਮੈਂ ਕਲਾਕ੍ਰਿਤੀ ਬਣਾਈ ਸੀ ਵੀ ਇਹਨੂੰ ਦੇਖੋ ਕੀ ਹੈ। ਹੁਣ ਨਹੀਂ ਫੋਸਲ ਬਣਨਗੇ ਕਿਉਂਕਿ ਧਰਤੀ ਦੇ ਉੱਤੇ ਕਿਤੇ ਵੀ ਹਿਮ ਯੁੱਗ ਨਹੀਂ ਹੈਗਾ। ਜਿੰਨੇ ਵੀ ਸਾਨੂੰ ਫੋਸਲਸ ਮਿਲ ਰਹੇ ਨੇ ਉਹ ਲੱਖਾਂ ਸਾਲ ਪੁਰਾਣੇ ਮਿਲ ਰਹੇ ਨੇ, ਅੱਜ ਦੇ ਨਹੀਂ ਮਿਲ ਰਹੇ। ਜਿਸ ਤਰ੍ਹਾਂ ਇਹ ਤੁਹਾਡੇ ਸਾਹਮਣੇ ਇੱਕ ਐਗ ਹੈ, ਇੱਕ ਐਗ ਦਾ ਫੋਸਲ। ਕਿਸ ਚੀਜ਼ ਦਾ ਐਗ, ਕੁਝ ਆਈਡੀਆ? ਇਹ ਨਹੀਂ ਮੈਂ ਦੱਸ ਸਕਦਾ ਕਿਉਂਕਿ ਮੇਰੀ ਇੰਨੀ ਜਾਣਕਾਰੀ ਨਹੀਂ ਹੈ, ਲੇਕਿਨ ਇਹ ਕਿਸੇ ਹੋ ਸਕਦਾ ਪਰਿੰਦੇ ਦਾ ਵੀ ਐਗ ਹੋਵੇ ਜਾਂ ਕਿਸੇ ਜਾਨਵਰ ਦਾ ਵੀ ਐਗ ਹੋ ਸਕਦਾ, ਪਰ ਮੋਸਟਲੀ ਇਹ ਪਰਿੰਦੇ ਦਾ ਐਗ ਹੋਏਗਾ, ਛੋਟੇ ਸਾਈਜ਼ ਦਾ ਹੈਗਾ। ਤੇ ਇਹ ਜਿਹੜਾ ਇਹ ਐਗ ਹੈ ਇਹ ਵੀ ਲੱਖਾਂ ਸਾਲ ਪੁਰਾਣਾ ਹੈ। ਲੇਕਿਨ ਇਹ ਹੁਣ ਸਾਡੇ ਕੋਲ ਇੱਕ ਵਿਧਾ ਮਿਲ ਗਈ। ਪਹਿਲਾਂ ਸਾਡੀ ਇੱਕ ਹੁੰਦਾ ਸੀ ਕਿ ਕਾਰਬਨ ਡੇਟਿੰਗ ਦੇ ਨਾਲ ਅਸੀਂ ਇਹ ਪਤਾ ਲਗਾ ਲੈਂਦੇ ਸੀਗੇ ਕਿ ਇਹ ਚੀਜ਼ ਕਿੰਨੀ ਪੁਰਾਣੀ ਹੈ। ਹੁਣ ਕਾਰਬਨ ਡੇਟਿੰਗ ਨਾਲੋਂ ਸਾਨੂੰ ਜਿਹੜੇ ਸਾਡੇ ਫੋਨ ਨੇ ਸਟੂਡੈਂਟ ਵਾਸਤੇ ਬੜੇ ਸਹਾਈ ਨੇ ਉਹ, ਕਿ ਫੋਨ ਦੀ ਤੁਸੀਂ ਗੂਗਲ ਲੈਂਸ ਦੇ ਵਿੱਚ ਇਹਦੀ ਫੋਟੋ ਖਿੱਚ ਕੇ ਪਾਓ ਤੇ ਗੂਗਲ ਲੈਂਸ ਨੇ ਉਸੇ ਵੇਲੇ ਇਹਦੀ ਉਮਰ ਵੀ ਦੱਸ ਦੇਣੀ ਹੈ ਤੇ ਇਹਦੇ ਵਰਗੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਵੀ ਕੱਢ ਕੇ ਤੁਹਾਡੇ ਸਾਹਮਣੇ ਪਿਕਚਰ ਦੇ ਰੂਪ ਵਿੱਚ ਰੱਖ ਦੇਣੀਆਂ। ਹੁਣ ਇਹ ਇੱਕ ਬ੍ਰਿਕਸ਼ ਹੈ ਜੀ, ਇਹ ਬਿਲਕੁਲ ਪੱਥਰ ਹੀ ਲੱਗ ਰਿਹਾ ਮੈਨੂੰ, ਬਿਲਕੁਲ ਪੱਥਰ ਲੱਗ ਰਿਹਾ ਹੈਗਾ। ਔਰ ਉੱਪਰ ਜਿਹੜੀ ਇਹ ਬੜਾ ਸੌਫਟਨੈਸ ਹੈ, ਬੜਾ ਜਿਵੇਂ ਕੋਈ ਸਾਫ਼ ਬਰਤਨ ਹੁੰਦਾ ਨਾ ਆਪਣਾ, ਔਰ ਇੱਧਰ ਥੋੜਾ ਖੁਰਦਰਾਪਨ ਹੈ। ਹਾਂਜੀ, ਇੱਧਰ ਖੁਰਦਰਾਪਨ ਹੈ। ਇਹ ਬਹੁਤ ਪੁਰਾਣਾ ਬ੍ਰਿਕਸ਼ ਹੈ। ਜਦੋਂ ਤੁਸੀਂ ਇਹਦੀ ਫੋਟੋ ਖਿੱਚ ਕੇ ਗੂਗਲ ਲੈਂਸ ਦੇ ਵਿੱਚ ਪਾਓਗੇ ਤੇ ਫਿਰ ਇਹਦੀ ਉਮਰ ਜਿਹੜੀ ਨਿਕਲੇਗੀ ਉਹ 298 ਮਿਲੀਅਨ ਈਅਰਸ 올ਡ ਨਿਕਲੇਗੀ। ਯਾਨੀ ਕਿ ਤੁਸੀਂ ਕਹਿ ਸਕਦੇ ਹੋ 29 ਕਰੋੜ ਸਾਲ ਪੁਰਾਣਾ, 29 ਕਰੋੜ ਸਾਲ ਪੁਰਾਣਾ। ਜਿੱਥੋਂ ਸਾਡੀ ਹਿਸਟਰੀ ਦਾ ਪਤਾ ਲੱਗਦਾ ਹੈ ਕਿ ਬਨਸਪਤੀ ਜਿਹੜੀ ਹੈ ਉਹ ਕਦੋਂ ਆਰੰਭ ਹੋ ਗਈ ਧਰਤੀ ਦੇ ਉੱਤੇ, ਬੰਦਾ ਕਿਦੋਂ ਆਇਆ। ਇਹ ਤਾਂ ਹੀ ਹੋਏਗਾ ਜੇਕਰ ਲੋਕ ਹਿਸਟਰੀ ਨਾਲ ਜੁੜਨਗੇ ਤੇ ਬੱਚਿਆਂ ਵਾਸਤੇ ਹੋਰ ਆਸਾਨੀ ਹੋਏਗੀ। ਜੇਕਰ ਸਰਕਾਰਾਂ ਹਿਸਟਰੀ ਦੀਆਂ ਲੈਬਸ ਬਣਾਉਣਗੀਆਂ, ਇਹਨਾਂ ਤੱਕ ਅਸੀਂ ਆਪਣੇ ਅਤੀਤ ਨੂੰ ਜੋ ਫਰੋਲਣਾ ਹੈਗਾ ਤੇ ਸਾਨੂੰ ਕੁਛ ਨਾ ਕੁਛ ਤੇ ਸਾਡੇ ਕੋਲ ਤਰੀਕੇ ਹੋਣ, ਕਿੰਨਾ ਤਰੀਕਿਆਂ ਨਾਲ ਅਸੀਂ ਆਪਣੇ ਅਤੀਤ ਨੂੰ ਫਰੋਲ ਸਕਦੇ ਹਾਂ। ਮੈਂ ਕਿਉਂਕਿ ਮੈਂ ਤਾਂ ਬਹੁਤ ਛੋਟਾ ਜਿਹਾ ਕਲੈਕਟਰ ਹਾਂ, ਚੈਨਲ ਭਾਵੇਂ ਬੜੇ ਵੱਡੇ ਮਾਨ ਦਾਅਵੇ ਕਰਦੇ ਆ ਕਿ ਮੈਂ ਵੀ ਇਸ ਗੱਲ ਨੂੰ ਕਹਿੰਦਾ ਕਿ ਇੰਡੀਆ ਦਾ ਪਹਿਲਾ ਟੈਰਾਕੋਟਾ ਮਿਊਜ਼ੀਅਮ ਹੈ ਮੇਰੇ ਕੋਲ, ਪਰ ਇਹ ਸਾਡੀਆਂ ਸਰਕਾਰਾਂ ਪਹਿਲਾਂ ਸਾਨੂੰ ਕੰਮ ਨਹੀਂ ਸੀ ਕਰਨ ਦਿੰਦੀਆਂ ਤੇ ਬਹੁਤ ਕੁਝ ਹਿਸਟਰੀ ਜਿਹੜੀ ਜ਼ਾਇਆ ਹੋ ਗਈ, ਲੋਕਾਂ ਨੇ ਤੋੜ ਦਿੱਤੀ, ਸੰਭਾਲੀ ਨਹੀਂ। ਉਹ ਸਰਕਾਰਾਂ ਦੀ ਅਣਗਹਿਲੀ ਕਰਕੇ ਸੀ। ਅਗਰ ਸਾਡੇ ਵਰਗੇ ਬੰਦੇ ਉਦੋਂ ਮਿਹਨਤ ਕਰਦੇ, ਅੱਜ ਜਿਸ ਤਰ੍ਹਾਂ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ, ਸਰਕਾਰਾਂ ਅਲਾਉ ਕਰਦੀਆਂ ਕਿ ਜਿਹੜੀ ਵੀ ਚੀਜ਼ ਤੁਹਾਡੇ ਪਿੰਡਾਂ ਦੇ ਵਿੱਚ ਪੁਰਾਣੀ ਹਿਸਟੋਰੀਕਲ ਸਾਈਟਸ ਤੋਂ ਮਿਲਦੀਆਂ ਨੇ ਉਹਨਾਂ ਨੂੰ ਇਕੱਤਰ ਕਰੋ ਤੁਸੀਂ, ਤੇ ਸ਼ਾਇਦ ਬਹੁਤ ਕੁਝ ਪੰਜਾਬ ਦਾ ਮਹਾਨ ਵਿਰਾਸਤ ਦੇ ਰੂਪ ਵਿੱਚ ਜੋ ਕੁਝ ਸੀਗਾ ਉਹ ਖਜ਼ਾਨੇ ਨੂੰ ਬਚਾਇਆ ਜਾ ਸਕਦਾ ਸੀ। ਮੈਂ ਤੁਹਾਨੂੰ ਇੱਕ ਸਪੈਸ਼ਲ ਚੀਜ਼ ਦੱਸਦਾ ਕਿ ਇਹ ਰੋਪੜ ਤੋਂ ਮਿਲੀ ਹੈ ਔਰ ਇਹ ਛੋਟਾ ਜਿਹਾ ਪੀਸ ਹੈ। ਜੇਕਰ ਤੁਸੀਂ ਪੁੱਛੋਗੇ ਕੀ ਹੈ ਇਹਦੀ, ਮੈਂ ਪੁੱਛਣ ਹੀ ਲੱਗੀ ਸੀ ਕਿ ਕੀ ਚੀਜ਼ ਹੈ ਕਿ ਇਹਦੀ ਅਗਰ ਅਸੀਂ ਜਦੋਂ ਫੋਟੋ ਖਿੱਚ ਕੇ ਗੂਗਲ ਲੈਂਸ ਵਿੱਚ ਪਾਉਂਦੇ ਆ ਤੇ ਗੂਗਲ ਜਿਹੜਾ ਹੈਗਾ ਉਹ ਡਾਇਨਾਸੌਰ ਦੀ ਟੇਲ ਕੱਢ ਕੇ ਸਾਹਮਣੇ ਰੱਖ ਦਿੰਦੇ ਆ, ਪੂਰੇ ਦਾ ਪੂਰਾ ਡਾਇਨਾਸੌਰ। ਤੇ ਤੁਸੀਂ ਡਾਇਨਾਸੌਰ ਦੀ ਟੇਲ ਦੇਖੋਗੇ ਤੇ ਟੇਲ ਦਾ ਅਖੀਰਲਾ ਹਿੱਸਾ ਜਿਹੜਾ ਇਹ ਹੈ। ਨੈਚੁਰਲੀ ਜਦੋਂ ਇਹ ਮਿਲਿਆ ਹੋਏਗਾ ਤੇ ਇਹਦੀ ਟੇਲ ਹੀ ਬਹੁਤ ਵੱਡੀ ਹੈ, ਸਾਡੇ ਕਮਰੇ ਨਾਲੋਂ ਵੱਡੀ ਤੇ ਇਹਦੀ ਟੇਲ ਹੀ ਹੋਏਗੀ। ਇਹਦੇ ਥੱਲੇ ਇਹਦੀ ਰੀੜ੍ਹ ਦੀ ਹੱਡੀ ਇੱਥੋਂ ਸ਼ੁਰੂ ਹੁੰਦੀ ਹੈ, ਫੇਰ ਥੱਲੇ ਟੇਲ ਹੈ। ਇਹਦੀ ਬੈਕ ਸਾਈਡ ਹੀ ਜਿਹੜੀ ਹੈ ਲਗਭਗ ਇੰਨੀ ਵੱਡੀ ਪਿੱਛੋਂ ਸ਼ੁਰੂ ਹੁੰਦੀ। ਔਰ ਇਹ 6.5 ਕਰੋੜ ਸਾਲ ਕਹਿੰਦਾ ਮੈਂ ਇਹਦੀ ਉਮਰ। ਕਿਉਂ ਕਹਿੰਦਾ ਕਿ 6.5 ਕਰੋੜ ਸਾਲ ਪਹਿਲੋਂ ਇਹ ਡਾਇਨਾਸੌਰ ਧਰਤੀ ਦੇ ਉੱਤੋਂ ਖਤਮ ਹੋ ਗਏ ਸੀ। ਹੁਣ ਅਗਰ ਸਾਡੇ ਕੋਲ ਹਿਸਟਰੀ ਲੈਬ ਹੋਵੇ, ਕਾਰਬਨ ਡੇਟਿੰਗ ਦੇ ਨਾਲ ਇਹਦੀ ਪ੍ਰੋਪਰ ਅਸੀਂ ਉਮਰ ਕੱਢ ਸਕੀਏ ਤੇ ਜਿਹੜੀ ਮੈਂ 6.5 ਕਰੋੜ ਸਾਲ ਕਹਿੰਦਾ, ਹੋ ਸਕਦਾ ਇਹ 15 ਕਰੋੜ ਸਾਲ ਹੋ ਜੇ, 30 ਕਰੋੜ ਸਾਲ ਪੁਰਾਣੀ ਹੋ ਜੇ, ਹੈ ਨਾ। ਕਿਉਂਕਿ ਸਾਡੇ ਕੋਲ ਉਹ
ਤਰੀਕੇ ਨਹੀਂ ਹੈਗੇ ਕਿ ਕਿਵੇਂ ਇਹਦੀ ਪਾਰਟਿਕੂਲਰ ਉਮਰ ਕੱਢੀ ਜਾ ਸਕਦੀ ਹੈ। ਸਾਡੇ ਕੋਲ ਮੈਂ ਘੱਟ ਤੋਂ ਘੱਟ ਹੀ ਕਹਿ ਦੇਣਾ ਕਿ 6.5 ਕਰੋੜ ਸਾਲ ਪੁਰਾਣਾ ਹੈ, ਕਿਉਂਕਿ ਉਸ ਤੋਂ ਪਹਿਲਾਂ ਤੇ ਡਾਇਨਾਸੌਰ ਜਿਹੜੇ ਬਾਅਦ ਵਿੱਚ ਖਤਮ ਹੋ ਗਏ, 6.5 ਕਰੋੜ ਸਾਲ ਪਹਿਲਾਂ ਹੀ ਡਾਇਨਾਸੌਰ ਸੀਗੇ। ਲੇਕਿਨ ਜਦੋਂ ਅਸੀਂ ਚੀਜ਼ਾਂ ਇਕੱਤਰ ਕਰਦੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਸ ਤਰ੍ਹਾਂ ਦੀਆਂ ਮਿਲਦੀਆਂ ਨੇ ਜਿਹੜੀਆਂ ਲਾਜਵਾਬ ਹੁੰਦੀਆਂ ਨੇ। ਇਹ ਬੜੀ ਇੱਕ ਮੈਨੂੰ ਤਾਂ ਲੱਗਦਾ ਜਿਵੇਂ ਇੱਕ ਸ਼ਾਇਦ ਕੁਝ ਡਰਾਵਣੀ ਚੀਜ਼, ਕੁਝ ਮੈਨੂੰ ਕੁਝ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਹਾਂ, ਇਹ ਸਾਡੇ ਕੋਲ ਬਹੁਤ ਸਾਰੀਆਂ ਤਸਵੀਰਾਂ ਨੇ, ਜਿਸ ਤਰ੍ਹਾਂ ਸਾਹਮਣੇ ਵਿਸ਼ਨੂੰ ਜੀ ਜਿਹੜੇ ਆ ਉਹ ਸ਼ੇਸ਼ ਨਾਗ ਦੀ ਪੂਛਲ ਪਕੜ ਕੇ ਤੇ ਉਹਦੇ ਉੱਪਰ ਖੜੇ ਨੇ ਜੀ। ਸ਼ੇਸ਼ ਨਾਗ ਦਾ ਬਹੁਤ ਜ਼ਿਕਰ ਆਉਂਦਾ ਹੈ, ਬਾਸ਼ਕ ਨਾਗ ਦਾ ਬਹੁਤ ਜ਼ਿਕਰ ਆਉਂਦਾ ਹੈ, ਜਾਂ ਚਾਈਨਾ ਵਾਲੇ ਡਰੈਗਨ ਦਾ ਬਹੁਤ ਜ਼ਿਕਰ ਕਰਦੇ ਨੇ। ਲੇਕਿਨ ਪਹਿਲੀ ਵਾਰੀ ਇਹ ਵਰਲਡ ਦਾ ਪਹਿਲਾ ਪੀਸ ਮੈਨੂੰ ਮਿਲਿਆ ਕਿ ਜਿਹਦੇ 'ਚ ਇੱਕ ਨਾਗ ਹੈ। ਇਹ ਸ਼ਾਇਦ ਉਹਦਾ ਮੂੰਹ ਨਾਗ ਦਾ ਮੂੰਹ ਹੈ, ਲੇਕਿਨ ਇੱਕ ਮੂੰਹ ਨਹੀਂ ਹੈਗਾ, ਦੋ ਮੂੰਹ ਨੇ। ਤੁਸੀਂ ਇਹਨੂੰ ਅਗਰ ਕੈਮਰਾ ਨਜ਼ਦੀਕ ਕਰਕੇ ਦੇਖੋਗੇ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਕੋਈ ਚੀਜ਼ ਐਸੀ ਹੈ ਜਿਹੜੀ ਪੱਥਰ ਦੇ ਰੂਪ ਵਿੱਚ ਮੇਰੇ ਹੱਥ ਤੇ ਹੈ ਔਰ ਇਹਦੇ ਦੋ ਮੂੰਹ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਮਿੱਥ ਦੇ ਵਿੱਚ ਸਾਡੇ ਕੋਲ ਕਹਾਣੀਆਂ ਪਈਆਂ ਹੋਈਆਂ ਨੇ, ਚਾਹੇ ਉਹ ਦਿਓਆਂ ਦੀਆਂ ਕਹਾਣੀਆਂ ਨੇ, ਮੈਂ ਪਹਿਲਾਂ ਤੁਹਾਨੂੰ ਐਲਬਮ ਦਿਖਾਈ ਹੈ ਕਿ ਉਹ ਵੀ ਹੁਣ ਸਕਾਟਲੈਂਡ ਦੀ ਧਰਤੀ ਤੋਂ ਮਿਲੀਆਂ ਹੋਈਆਂ ਚੀਜ਼ਾਂ ਤੇ ਨੈਚੁਰਲ ਹਿਸਟਰੀ ਲੰਡਨ ਦੇ ਵਿੱਚ ਪਈਆਂ ਹੋਈਆਂ ਜਿਹੜਾ ਦਿਓ ਦਾ ਸਾਡੇ ਕਹਾਣੀਆਂ ਦੇ ਵਿੱਚ ਜ਼ਿਕਰ ਸੀ। ਔਰ ਇਹ ਸਾਹਮਣੇ ਸਾਡੀ ਮਿੱਥ 'ਚ ਇੱਕ ਜ਼ਿਕਰ ਆਉਂਦਾ ਬਾਸ਼ਕ ਨਾਗ ਦਾ। ਉਹ ਇੱਕ ਮੂੰਹ 'ਚੋਂ ਅੱਗ ਕੱਢਦਾ ਸੀਗਾ, ਇੱਕ ਮੂੰਹ ਦੇ ਨਾਲ ਸ਼ਾਇਦ ਖਾਣ ਵਾਸਤੇ ਇਸਤੇਮਾਲ ਕਰਦਾ ਹੋਵੇ। ਇਹ ਬਾਸ਼ਕ ਨਾਗ ਦੇ ਮੂੰਹ ਦਾ ਫੋਸਲ ਹੈ। ਔਰ ਇਹਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੂਗਲ ਦੇ ਉਹਦੇ ਵਿੱਚ ਪਾ ਕੇ ਸਰਚ ਕਰਕੇ ਕੀਤਾ ਗਿਆ ਤਾਂ ਉਹਦੇ ਵਿੱਚ ਆਇਆ। ਇਹ ਜਦੋਂ ਤੁਸੀਂ ਇਹਨੂੰ ਪਾਓਗੇ ਤੇ ਗੂਗਲ ਅੱਗੋਂ ਕੋਈ ਜਵਾਬ ਨਹੀਂ ਦੇਗਾ। ਅੱਛਾ, ਹਾਂਜੀ, ਇਹ ਵੀ ਬੜੀ ਖੂਬਸੂਰਤ ਗੱਲ ਹੈ ਕਿ ਗੂਗਲ ਖਾਮੋਸ਼ ਹੋ ਜਾਏਗਾ, ਕਿਉਂਕਿ ਇਹ ਪਹਿਲਾ ਪੀਸ ਹੈ। ਅਜੇ ਮੈਂ ਇਹਦੀ ਪੂਰੀ ਤਰ੍ਹਾਂ ਨਾਲ ਐਕਸਪਰਟਸ ਕੋਲੋਂ ਪੁੱਛ ਕੇ ਸਾਰਾ ਇਹਦੇ 'ਤੇ ਖੋਜ ਕਰਕੇ ਡਿਟੇਲ ਇਹਦੀ ਜਦੋਂ ਮੈਂ ਨੈੱਟ ਦੇ ਉੱਤੇ ਪਾਵਾਂਗਾ, ਗੂਗਲ ਦੇ ਵਿੱਚ ਪਾਵਾਂਗਾ, ਉਸ ਤੋਂ ਬਾਅਦ ਜਿਹੜਾ ਬੰਦਾ ਕੋਈ ਖੋਜੇਗਾ ਉਹਨੂੰ ਇਹ ਜ਼ਰੂਰ ਮਿਲੇਗਾ ਕਿ ਇੰਨਾ ਪੁਰਾਣਾ ਹੈ। ਲੇਕਿਨ ਅਜੇ ਤੱਕ ਇਹ ਕਿਤੇ ਵੀ ਨੈੱਟ ਦੇ ਉੱਤੇ ਗੂਗਲ ਦੇ ਵਿੱਚ ਇਹਦਾ ਜ਼ਿਕਰ ਨਹੀਂ ਹੈਗਾ। ਤੇ ਜੇ ਮੈਂ ਗੱਲ ਕਰਾਂ ਸਾਡੇ ਭਾਰਤ ਦੀ ਇੱਕ, ਤਾਂ ਕਿਹੜੀਆਂ ਜਗ੍ਹਾ ਤੋਂ ਤੁਸੀਂ ਇਹ ਸਾਰਾ ਕੁਝ ਇਕੱਠਾ ਕੀਤਾ ਹੈ? ਕਿੰਨੀ ਕੁ ਸਰਚ ਕੀਤੀ ਹੈ ਇਹਨਾਂ ਦੇ ਉੱਤੇ ਕਿ ਸਾਡੇ ਫੋਸਲ ਜਿਹੜੇ ਨੇ ਉਹ ਅਸੀਂ ਇਕੱਠੇ ਕਰ ਸਕੀਏ? ਮੈਂ ਫਿਰ ਇਹ ਜ਼ਿੰਮੇਵਾਰੀ ਸਰਕਾਰਾਂ 'ਤੇ ਸੁੱਟ ਦਿੰਦਾ। ਸਾਡੇ ਵਰਗੇ ਬੰਦੇ ਜਦੋਂ ਦੱਸਦੇ ਨੇ ਸਰਕਾਰਾਂ ਨੂੰ ਕਿ ਇੱਥੋਂ ਇਹ ਚੀਜ਼ਾਂ ਮਿਲਦੀਆਂ ਨੇ ਤੇ ਵਿਭਾਗ ਕੋਲ ਅਧਿਕਾਰੀ ਨਹੀਂ ਹੈਗੇ ਉਹਨਾਂ 'ਤੇ ਖੋਜ ਕਰਨ ਵਾਸਤੇ, ਮੈਂ ਤੇ ਸਰਕਾਰ ਨੂੰ ਬਹੁਤ ਸਾਰੀਆਂ ਸਾਈਟਸ ਦੱਸੀਆਂ ਨੇ ਕਿ ਇਹ ਅਜੇ ਪੂਰੇ ਦੇ ਪੂਰੇ, ਹੁਣ ਜਿੱਥੇ ਮੈਂ ਕਿਲ੍ਹਾ ਲੱਭਿਆ, ਜਿੱਥੇ ਸਿਕੰਦਰ ਦੀ ਲਾਸਟ ਬੈਟਲ ਹੋਈ ਹੈ, ਉਹ ਕਿਲ੍ਹਾ ਮੈਂ ਲੱਭਿਆ। ਵਿਭਾਗ ਨੂੰ ਇੰਨੀ ਵਾਰ ਅਸੀਂ ਲਿਖ ਚੁੱਕੇ ਹਾਂ, ਇੰਨੀਆਂ ਡਾਕੂਮੈਂਟਰੀਜ਼ ਬਣੀਆਂ ਨੇ, ਇੰਨੇ ਮੇਰੇ ਨਾਲ ਆਫਿਸਰਸ ਨੇ, ਖਾਸ ਕਰਕੇ ਕਾਨ ਸਿੰਘ ਪੰਨੂ ਹੋਣਾ ਨੇ ਮੇਰੇ ਨਾਲ ਬੜਾ ਕੰਮ ਕੀਤਾ ਹੈ, ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਬਹੁਤ ਕੰਮ ਕੀਤਾ ਹੈ। ਤੇ ਮੈਂ ਜਦੋਂ ਜ਼ਿਕਰ ਕਰਦਾ ਵੀ ਸਰਕਾਰਾਂ ਤੇ ਕਦੀ ਗੌਰ ਨਹੀਂ ਕਰਦੀਆਂ ਉਹਦੇ 'ਤੇ, ਉਹ ਚੀਜ਼ਾਂ ਅਜੇ ਵੀ ਧਰਤੀ ਦੇ ਥੱਲੇ ਨੇ, ਉਹ ਫਰੋਲਣ ਵਾਲੀਆਂ ਚੀਜ਼ਾਂ ਨੇ। ਪਹਿਲਾਂ ਹੁੰਦਾ ਕਿ ਇਹ ਚੀਜ਼ਾਂ ਕਿੱਥੋਂ ਮਿਲਦੀਆਂ ਨੇ, ਜਿਹੜਾ ਤੁਹਾਡਾ ਸਵਾਲ ਸੀਗਾ। ਸਾਡੇ ਕੋਲ ਕਦਮ ਕਦਮ 'ਤੇ ਹਿਸਟੋਰੀਕਲ ਸਾਈਟਸ ਪਈਆਂ ਹੋਈਆਂ, ਜਗ੍ਹਾ ਜਗ੍ਹਾ 'ਤੇ ਪਈਆਂ ਹੋਈਆਂ ਨੇ। ਇਹ ਤਾਂ ਡਿਊਟੀ ਸਰਕਾਰਾਂ ਦੀ ਬਣਦੀ ਆ ਕਿ ਅਗਰ ਅੰਗਰੇਜ਼ 200 ਸਾਲ ਵਾਸਤੇ ਸਾਡੇ ਇਸ ਪੰਜਾਬ ਦੇ ਵਿੱਚ ਆ ਕੇ ਇੰਨੇ ਵੱਡੇ ਸਰਵੇ ਕਰ ਗਏ, ਇੰਨੀਆਂ ਹਿਸਟੋਰੀਕਲ ਸਾਈਟਸ ਲੱਭ ਕੇ ਦੇ ਕੇ ਗਏ, ਸਾਡੀਆਂ ਪ੍ਰੀ ਹਿਸਟੋਰੀਕਲ ਸਾਈਟਸ ਲੱਭ ਕੇ ਦੇ ਕੇ ਗਏ, ਤੇ ਅਸੀਂ ਆਜ਼ਾਦੀ ਤੋਂ ਬਾਅਦ ਕੀ ਕੀਤਾ? ਸਾਡੇ ਵਿਭਾਗ ਕਿਉਂ ਖਾਮੋਸ਼ ਰਹੇ? ਕੀ ਸਾਡੀਆਂ ਸਰਕਾਰਾਂ ਕੋਲ ਕੋਈ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ ਕਿ ਸਪੈਸ਼ਲ ਗ੍ਰਾਂਟ ਰਾਖਵੀਂ ਰੱਖੀ ਜਾਵੇ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਹਿਸਟਰੀ ਪੜ੍ਹਾਉਣੀ ਹੈ, ਆਰਕੀਓਲੋਜੀ ਦੇ ਨਾਲ ਜੋੜਨਾ ਹੈਗਾ? ਸਾਡੀਆਂ ਨਾ ਤੇ ਸਰਕਾਰਾਂ ਸੀਰੀਅਸ ਨੇ, ਨਾ ਸਾਡੇ ਵਿਭਾਗ ਸੀਰੀਅਸ ਨੇ ਕਿ ਜਿਹੜੇ ਇਹਨਾਂ ਚੀਜ਼ਾਂ ਦੀ ਸ਼ਨਾਖਤ ਕਰਕੇ ਬਕਾਇਦਾ ਉਹਨਾਂ ਨੂੰ ਪ੍ਰੋਟੈਕਟ ਕਰਨ, ਉੱਥੇ ਖੁਦਾਈ ਸ਼ੁਰੂ ਕਰਾਉਣ, ਸਾਡੇ ਸਟੂਡੈਂਟਸ ਨੂੰ ਨਾਲ ਜੋੜਨ। ਤੇ ਜਿਹੜੇ ਅਸੀਂ ਫਜ਼ੂਲ ਦੇ ਸਿਲੇਬਸ ਬਣਾ ਕੇ ਬੈਠੇ ਹੋਏ ਹਾਂ, ਜਿਹੜੇ ਬੋਝ ਪਾਏ ਹੋਏ ਇੰਨੀਆਂ ਮੋਟੀਆਂ ਕਿਤਾਬਾਂ ਦੇ ਰੂਪ ਵਿੱਚ ਬੱਚਿਆਂ ਨੂੰ ਉਹਨਾਂ ਸਾਈਟਸ 'ਤੇ ਜਾ ਕੇ ਉਹਨਾਂ ਕੋਲ ਕੰਮ ਕਰਵਾਇਆ ਜਾਵੇ, ਬੱਚਿਆਂ ਨੂੰ ਸਟੱਡੀ ਦੇ ਨਾਲ ਜੋੜਿਆ ਜਾਵੇ ਤੇ ਆਪਣੇ ਗੌਰਵਮਈ ਇਤਿਹਾਸ ਨੂੰ ਫਰੋਲਣ ਦੇ ਵਿੱਚ ਅਸੀਂ ਵੱਡਾ ਯੋਗਦਾਨ ਪਾ ਸਕਦੇ ਹਾਂ। ਮੈਂ ਖਾਸ ਕਰਕੇ ਰੌਣਕ ਪੰਜਾਬ TV ਦੇ
ਮਾਧਿਅਮ ਰਾਹੀਂ ਸਰਕਾਰਾਂ ਤੱਕ ਇਹ ਗੱਲ ਜ਼ਰੂਰ ਪੁੱਜਦਾ ਕਰਨਾ ਚਾਹੁੰਦਾ ਕਿ ਅਜੇ ਵੀ ਵਕਤ ਹੈ। ਸਾਡੇ ਪੰਜਾਬੀ ਦੇ ਬੜੇ ਵੱਡੇ ਸ਼ਾਇਰ ਨੇ ਅਜੈਬ ਹੁੰਦਲ ਹੋਣੀ, ਉਹਨਾਂ ਦਾ ਇੱਕ ਸ਼ੇਰ ਹੈ ਕਿ ਹੁਣ ਵੀ ਹੱਥਾਂ ਨੂੰ ਸਮਝਾਇਆ ਜਾ ਸਕਦਾ ਹੈ, ਹੁਣ ਵੀ ਹੱਥਾਂ ਨੂੰ ਸਮਝਾਇਆ ਜਾ ਸਕਦਾ ਹੈ, ਢਹਿੰਦਾ ਹੋਇਆ ਸ਼ਹਿਰ ਬਚਾਇਆ ਜਾ ਸਕਦਾ ਹੈ। ਕੀ ਹੋਇਆ ਜੇ ਦੂਰ ਬਹੁਤ ਹਾਂ ਆ ਨਿਕਲੇ, ਆਪਣੇ ਘਰ ਹਰ ਵੇਲੇ ਜਾਇਆ ਜਾ ਸਕਦਾ ਹੈ। ਅਸੀਂ ਅੱਜ ਵੀ ਸ਼ੁਰੂਆਤ ਕਰ ਦਈਏ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਬੜੀ ਰਿਚਨੈਸ ਹੈ ਇਸ ਧਰਤੀ ਦੇ ਵਿੱਚ, ਇਹਦੀ ਗੋਦੀ ਦੇ ਵਿੱਚ ਬੜਾ ਕੁਛ ਅਜੇ ਮਾਂ ਮਿੱਟੀ ਨੇ ਸੰਭਾਲ ਕੇ ਰੱਖਿਆ ਹੋਇਆ। ਆਓ ਸਾਰੇ ਪੰਜਾਬੀ, ਮੈਂ ਤੇ ਪੰਜਾਬ ਦੀ ਗੱਲ ਹੀ ਕਰਦਾ, ਜਿੱਥੇ ਵੀ ਜਾਂਦਾ ਮੈਂ ਪੰਜਾਬ ਦੀ ਗੱਲ ਕਰਦਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਕਿ ਆਪਣੀ ਵਿਰਾਸਤ ਨਾਲ ਜੁੜੋ, ਆਪਣੀ ਵਿਰਾਸਤ ਨੂੰ ਸੰਭਾਲੋ, ਤਾਂ ਤੁਹਾਡੇ ਗੌਰਵਮਈ ਇਤਿਹਾਸ ਨੂੰ ਲੋਕ ਆਉਣ ਵਾਲੇ ਸਮਿਆਂ ਦੇ ਵਿੱਚ ਉਹ ਜਾਣੂ ਵੀ ਹੋਣਗੇ, ਉਹਦੀ ਗੌਰਵਮਈ ਇਤਿਹਾਸ ਦੀ ਪ੍ਰਸ਼ੰਸਾ ਵੀ ਕਰਨਗੇ। ਤੇ ਅਗਰ ਅਸੀਂ ਅੱਜ ਆਪਣਾ ਇਹ ਗੌਰਵਮਈ ਇਤਿਹਾਸ ਗਵਾ ਦਿੱਤਾ ਤੇ ਸਾਨੂੰ ਕੋਈ ਨਹੀਂ ਪੁੱਛੇਗਾ, ਹੈ ਨਾ। ਇਲਾਮਾ ਇਕਬਾਲ ਨੇ 50 ਸਾਲ ਪਹਿਲੋਂ ਇਹ ਲਾਈਨਾਂ ਲਿਖੀਆਂ ਸੀ ਕਿ ਵਤਨ ਕੀ ਫਿਕਰ ਕਰ ਨਾਦਾਂ, मुसीबत आने वाली है, तेरी बर्बादियों के मशवरे हैं आसमानों में, न समझोगे तो मिट जाओगे या हिंदुस्तान वालों, तुम्हारी दास्तां तक भी ना होगी दास्तानों में। ਸਾਨੂੰ ਅਜੇ ਵੀ ਸੰਭਲਣ ਦੀ ਲੋੜ ਹੈ। ਔਰ ਸਾਨੂੰ ਮੈਂ ਤਾਂ ਇੱਥੇ ਕਹਾਂਗੀ ਕਿ ਸਾਨੂੰ ਦੇਵ ਦਰਦ ਵਰਗੇ ਸੂਝਵਾਨ ਇਨਸਾਨਾਂ ਦੀ ਲੋੜ ਹੈ, ਤਾਂ ਹੀ ਸਾਡਾ ਜਿਹੜਾ ਪੰਜਾਬ ਹੈ, ਸਾਡੀ ਮਿੱਟੀ ਹੈ, ਸਾਡਾ ਸੱਭਿਆਚਾਰ ਹੈ, ਔਰ ਉਹਦੇ ਨਾਲ ਜੇਕਰ ਮੈਂ ਆਪਣੀ ਮਾਂ ਬੋਲੀ ਦੀ ਵੀ ਗੱਲ ਕਰਾਂ ਉਹ ਤਾਂ ਵੀ ਬਚ ਸਕਦੀ ਹੈ, ਜੇਕਰ ਤੁਹਾਡੇ ਵਰਗੇ ਸੂਝਵਾਨ ਲੋਕ ਸਾਡੇ ਕੋਲ ਬੈਠੇ। ਮਾਂ ਬੋਲੀ ਵੀ ਤੇ ਸਾਡੀ ਵਿਰਾਸਤ ਹੈ, ਸਾਡੇ ਗੁਰੂਆਂ ਪੀਰਾਂ ਸੰਤਾਂ ਫਕੀਰਾਂ ਦੀ ਉਹ ਸਾਰੀ ਦਿੱਤੀ ਹੋਈ ਬੋਲੀ ਹੈ, ਔਰ ਉਹਦੇ 'ਚ ਇੰਨੇ ਪਿਆਰੇ ਸ਼ਬਦ ਨੇ ਜਿਹੜੇ ਵਿਰਾਸਤ ਦੇ ਰੂਪ ਵਿੱਚ ਸਾਨੂੰ ਸੰਭਾਲਣੇ ਚਾਹੀਦੇ ਨੇ। ਤੇ ਉੱਥੇ ਵੀ ਨੌਜਵਾਨਾਂ ਦੀ ਡਿਊਟੀ ਬਣਦੀ ਹੈ ਕਿ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਸਿੱਖਣ, ਤੇ ਮਾਂ ਬੋਲੀ ਦੇ ਵਿੱਚ ਜਿਹੜੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸ਼ਬਦ ਦਿੱਤੇ ਆ, ਉਹਨਾਂ ਦੀ ਬਾਣੀ ਪੜ੍ਹੀਏ, ਉਹਨਾਂ ਸ਼ਬਦਾਂ ਨੂੰ ਗ੍ਰਹਿਣ ਕਰੀਏ, ਆਪਣੀ ਵਰਤੋਂ ਦੇ ਵਿੱਚ ਲਿਆਈਏ, ਤਾਂ ਕਿ ਉਹ ਮਹਾਨ ਸ਼ਬਦ ਵੀ ਬਚਾਏ ਜਾ ਸਕਣ। ਮੈਂ ਤੇ ਮੈਨੂੰ ਆਪਣੇ ਆਲੇ ਦੁਆਲੇ ਵਿਰਾਸਤ ਹੀ ਵਿਰਾਸਤ ਨਜ਼ਰ ਆਉਂਦੀ ਹੈ, ਤੇ ਮੈਂ ਤਤਪਰ ਰਹਿਣਾ ਕਿ ਇਹਨੂੰ ਕਿਸੇ ਤਰੀਕੇ ਸੰਭਾਲਿਆ ਜਾ ਸਕੇ। ਬਿਲਕੁਲ ਜੀ। ਔਰ ਮੈਨੂੰ ਲੱਗਦਾ ਕਿ ਦੇਵ ਦਰਦ ਵਰਗੇ ਭਾਵੇਂ ਰਿਟਾਇਰ ਹੋ ਚੁੱਕੇ, ਪਰ ਮੈਂ ਫਿਰ ਵੀ ਇਹੀ ਕਹਾਂਗੀ ਕਿ ਤੁਹਾਡੇ ਵਰਗੇ ਨੌਜਵਾਨਾਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ। ਸੋ ਚੰਗਾ ਲੱਗਾ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਇਹ ਸਾਰਾ ਜਿਹੜਾ ਤੁਸੀਂ ਸਾਂਭਿਆ ਸਾਡਾ ਇਤਿਹਾਸ, ਸਾਡੇ ਭਾਰਤ ਦਾ, ਪੰਜਾਬ ਦਾ ਪੁਰਾਤਨ ਇਤਿਹਾਸ, ਉਹ ਸਾਨੂੰ ਦਿਖਾਉਣ ਵਾਸਤੇ, ਸਾਡੇ ਦਰਸ਼ਕਾਂ ਤੱਕ ਪੁੱਜਦਾ ਕਰਨ ਵਾਸਤੇ ਤੁਹਾਡਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਸ਼ੁਕਰੀਆ। ਬੇਸ਼ੱਕ ਸ਼ੁਕਰੀਆ ਨੀਤੂ ਜੀ, ਔਰ ਸਮੁੱਚੇ ਦਰਸ਼ਕਾਂ ਦਾ ਮੈਂ ਫਿਰ ਉਹਨਾਂ ਨੂੰ ਦੁਬਾਰਾ ਧੰਨਵਾਦ ਕਰਦਾ ਹਾਂ ਉਹਨਾਂ ਦਾ, ਔਰ ਖਾਸ ਕਰਕੇ ਰੌਣਕ ਪੰਜਾਬ ਦੀ ਸਾਰੀ ਟੀਮ ਦਾ ਬੇਹੱਦ ਧੰਨਵਾਦ ਜੀ। ਦੇਵ ਦਰਦ ਵੱਲੋਂ ਬੇਹੱਦ ਧੰਨਵਾਦ ਜੀ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।